ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੇ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕਾਂ, ਤੂੰ ਠਾਕੁਰ ਊਚ ਭਗਵਾਨਾ। ਬੇਸੁਮਾਰ ਅਥਾਹ ਅਗਣਤ ਅਤੁਲੈ, ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੇ। ਸੁਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਖਸਾਮਦੀ। ਨੂਰ ਅਰਸੋਂ ਕੁਰਸੋਂ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ। ਸਿਰ ਸਾਂਦੈ ਜਿਸ ਪਾਸ ਬੈਠਿਆਂ, ਸੋਹੀਐ ਸਭਨਾਂ ਦਾ ਵਿਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ, ਮਹੱਲਾ ਪੰਜਵਾ। ਤੁਧ ਬਿਨ ਦੂਜਾ ਨਾਹੀ ਕੋਈ, ਤੂੰ ਕਰਤਾਰ ਕਰਹਿ ਸੋ ਹੋਈ। ਤੇਰਾ ਜੋਰ ਤੇਰੀ ਮਨ ਟੇਕਾ, ਸਦਾ ਸਦਾ ਜਪ ਨਾਨਕ ਏਕਾ। ਤੁਧ ਬਿਨ ਦੂਜਾ ਨਾਹੀ ਕੋਈ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕਾ, ਸਦਾ ਸਦਾ ਜਪ ਨਾਨਕ ਏਕਾ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਰਹਾਉ ਹੈ ਤੂੰ ਹੋਵਨਹਾਰ। ਅਗਮ ਅਗਾਧ ਊਚ ਆਪਾਰ, ਜੋ ਤੁਧ ਸੇਵਾਹੇ ਤਿਨ ਭਉ ਦੁਖ ਨਾਹੀ। ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਜੋ ਦੀਸਾ ਸੋ ਤੇਰਾ ਰੂਪ। ਗੁਣ ਨਿਧਾਨ ਗੋਬਿੰਦ ਅਨੂਪ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ।
ਕਹੋ ਨਾਨਕ ਪ੍ਰਭ ਲੋਚਾ ਪੂਰਾ। ਸੰਤ ਜਨਾ ਕੀ ਬਾਸ਼ੋ ਧੂਰਾ। ਜਿਨ ਜਪਿਆ ਤਿਸ ਕਉ ਬਲਿਹਾਰ। ਤਿਸ ਕਾ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰਾ। ਸੰਤ ਜਨਾ ਕੀ ਬਾਛੋ ਧੂਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚੌਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਦੋ ਜਹਾਨ ਦੇ ਵਾਲੇ ਦਸਾਂ ਪਾਤਸ਼ਾਹੀਆਂ ਦੀ ਪਾਵਨ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਬਹੁਤ ਵੱਡੇ ਭਾਗ ਹਨ। ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਦੇ ਘਰ ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਮੁਖ ਵਾਕ ਦੀ ਅੰਮ੍ਰਿਤਮਈ ਪਾਵਨ ਬਾਣੀ ਦੀ ਕਥਾ ਸੁਣਨ ਵਾਸਤੇ ਗੁਰੂ ਚਰਨਾਂ ਦੇ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਵੱਡ ਭਾਗੀ ਹਰ ਸੰਗਤ ਪਾਵਹਿ ਭਾਗਹੀਨ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਆਓ ਜਿੱਥੇ ਇਲਾਹੀ ਬਾਣੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ ਉਪਰੰਤ ਸਤਿਗੁਰੂ ਜੀ ਦੇ ਆਏ ਹੋਏ ਪਾਵਨ ਪਵਿੱਤਰ ਮੁਖ ਵਾਕ ਜੋ ਤਿਲੰਗ ਰਾਗ ਦੇ ਦੁਆਰਾ ਦੂਸਰੇ ਸੁਰ ਤਾਲ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਨੇ ਪਾਵਨ ਇਹ ਬਚਨ ਬਖਸ਼ਿਸ਼ ਕੀਤੇ ਨੇ। ਇਹਦੀ ਪਾਵਨ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਸਾਰੇ ਮਾਈ ਭਾਈ ਕਰੋ ਰਸਨਾ ਪਵਿੱਤਰ ਲਵਾਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਪਿਆਰ ਸਹਿਤ ਆਖੋ ਜੀ ਸਤਨਾਮ ਸ੍ਰੀ। ਫਿਰ ਆਖੋ ਸਤਨਾਮ ਸ੍ਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਤਿਲੰਗ ਰਾਗ ਦੇ ਦੁਆਰਾ ਦੂਸਰੇ ਸੁਰ ਤਾਲ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਇਹ ਅੰਮ੍ਰਿਤਮਈ ਪਾਵਨ ਸ਼ਬਦ ਉਚਾਰਨ ਕੀਤਾ ਹੋਇਆ ਹੈ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 723-24 ਤੇ ਸੁਭਾਏਮਾਨ ਹੈ, ਜਿਸ ਰਾਹੀਂ ਗਰੀਬ ਨਵਾਜ ਸਤਿਗੁਰੂ ਜੀ ਅਸਾਂ ਸਾਰੇ ਜਗਤ ਦੇ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਤੁਧ ਬਿਨ ਦੂਜਾ ਨਾਹੀ ਕੋਈ। ਕਹਿਣ ਲੱਗੇ ਹੇ ਕਰਤਾਰ ਹੇ ਮਾਲਕ ਪ੍ਰਭੂ ਪਰਮਾਤਮਾ ਜੀਓ ਸਾਰੇ ਜਗਤ ਨੂੰ ਤੂੰ ਪੈਦਾ ਕਰਨ ਵਾਲਾ ਹੈ। ਤੇਰੇ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ ਹੈ। ਸੰਸਾਰ ਦੇ ਅੰਦਰ ਅਸੀਂ ਕਿਸੇ ਜੀਵ ਨੂੰ ਤੁਲਨਾ ਦਿੰਦੇ ਹਾਂ, ਇਹ ਫਲਾਣਾ ਜੀਵ ਉਸ ਵਰਗਾ ਹੈ,
ਇਹ ਫਲਾਣੇ ਵਰਗਾ ਨਜ਼ਰ ਆਉਂਦਾ ਹੈ, ਜਾਂ ਇਹਦੇ ਵਿੱਚ ਗੁਣ ਜਿਹੜੇ ਨੇ ਇਹਦੇ ਦਾਦੇ ਵਰਗੇ ਗੁਣ ਨਜ਼ਰ ਆਉਂਦੇ ਨੇ, ਜਾਂ ਇਹਦੇ ਵਿੱਚ ਇਹਦੇ ਹੋਰ ਫਲਾਣਾ ਰਿਸ਼ਤੇਦਾਰ ਜਾਂ ਇਹਦਾ ਪਿਤਾ, ਇਹਦੀ ਮਾਤਾ, ਇਹਦੇ ਵਰਗੇ ਦੇ ਵਿੱਚ ਗੁਣ ਨਜ਼ਰ ਆਉਂਦੇ ਨੇ। ਕਿਸੇ ਨਾਲ ਅਸੀਂ ਤੁਲਨਾ ਦਿੰਦੇ ਹਾਂ, ਪਰ ਮਾਲਕ ਪ੍ਰਭੂ ਪਰਮਾਤਮਾ ਹੈ ਜਿਸ ਨੂੰ ਕਿਸੇ ਦੇ ਨਾਲ ਤੋਲਿਆ ਨਹੀਂ ਜਾ ਸਕਦਾ, ਕਿਸੇ ਦੇ ਨਾਲ ਉਹਨੂੰ ਤੁਲਨਾ ਨਹੀਂ ਦਿੱਤੀ ਜਾ ਸਕਦੀ। ਉਹ ਕੇਵਲ ਤੇ ਕੇਵਲ ਇੱਕ ਆਪ ਹੀ ਹੈ, ਉਹ ਜੀ ਹਸਤੀ ਵਾਲਾ ਹੋਰ ਦੂਸਰਾ ਕੋਈ ਨਹੀਂ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਮਈ ਪਾਵਨ ਬਚਨ ਹਰ ਰੋਜ਼ ਆਪ ਜੀ ਪੜ੍ਹਦੇ ਹੋ, ਸੁਣਦੇ ਹੋ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਉਸ ਵਰਗਾ ਨਾ ਕੋਈ ਹੋਇਆ ਹੈ, ਨਾ ਕੋਈ ਹੋ ਸਕਦਾ ਹੈ। ਜਿਵੇਂ ਉਹਨੇ ਸੰਸਾਰ ਨੂੰ ਪੈਦਾ ਕੀਤਾ ਹੈ ਨਾ ਜੀ, ਇਸ ਤਰ੍ਹਾਂ ਦੇ ਨਾਲ ਕਿਸੇ ਕੋਲ ਕੋਈ ਸਮਰੱਥਾ, ਕੋਈ ਤਾਕਤ ਨਹੀਂ ਹੈ ਕਿ ਇਹੋ ਜਿਹਾ ਸੰਸਾਰ ਪੈਦਾ ਕਰ ਸਕੇ, ਇਹੋ ਜਿਹੀ ਸ੍ਰਿਸ਼ਟੀ ਪੈਦਾ ਕਰ ਸਕੇ, ਇਹੋ ਜਿਹੇ ਸੰਸਾਰ ਦੇ ਅੰਦਰ ਮਹਾਨ ਗੁਣ ਪੈਦਾ ਕਰ ਸਕੇ। ਇਹ ਇੱਕੋ ਇੱਕ ਮਾਲਕ ਪ੍ਰਭੂ ਪਰਮਾਤਮਾ ਹੈ ਜਿਹਦੇ ਕੋਲ ਇਹ ਦਾਤ ਹੈ। ਉਹ ਤੋਂ ਬਿਨਾਂ ਦੂਜਾ ਇਹੋ ਜਿਹੀ ਕੋਈ ਹਸਤੀ ਵਾਲਾ, ਇਹੋ ਜਿਹੀ ਸਮਰੱਥਾ ਵਾਲਾ ਕੋਈ ਹੈ ਹੀ ਨਹੀਂ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਮਾਲਕ ਨੇ 5 ਤੱਤਾਂ ਤੋਂ ਇਹ ਸੰਸਾਰ ਦੀ ਉਤਪਤੀ ਕੀਤੀ ਹੈ ਕੋਈ ਤਾਕਤ ਵਾਲਾ ਜਿਹੜਾ ਮੈਂ ਮੇਰੀ ਕਰਦਾ ਹੋਇਆ, ਹੰਗਤਾ ਦੇ ਬੋਲ ਬੋਲਦਾ ਹੋਇਆ ਕੋਈ ਇਹ ਗੱਲ ਆਖੇ ਕਿ ਮੈਂ ਇਹ ਤੋਂ ਅਗਾਂਹ ਕੋਈ 6ਵਾਂ ਤੱਤ ਪੈਦਾ ਕਰਕੇ ਦੱਸ ਸਕਦਾ? ਸਾਹਿਬ ਕਹਿੰਦੇ ਕੋਈ ਹੈ ਤੇ ਦੱਸੇ ਕਰਕੇ। ਮਾਲਕ ਪ੍ਰਭੂ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਕੋਲ ਕੋਈ ਸਮਰੱਥਾ ਨਹੀਂ ਵੀ ਇਹੋ ਜਿਹੇ ਸੰਸਾਰ ਨੂੰ ਪੈਦਾ ਕਰ ਸਕੇ। ਅੱਜ ਪਿਆਰਿਓ, ਮਾਲਕ ਨੇ ਸਾਨੂੰ ਸੋਹਣਾ ਇਹ ਮਨੁੱਖਾ ਤਨ ਦਿੱਤਾ ਹੈ, ਤੇ ਇਸ ਮਨੁੱਖਾ ਤਨ ਦੇ ਜਿਹੜੇ ਪਾਰਟ ਨੇ, ਅੱਖਾਂ ਨੇ, ਕੰਨ ਨੇ, ਨੱਕ ਹੈ, ਦੰਦ ਨੇ, ਜ਼ੁਬਾਨ ਨੇ, ਪੈਰ ਹੈ, ਹੱਥ ਹੈ, ਇਤਿਆਦਿ ਕੇ ਜਿੰਨੇ ਸਰੀਰ ਦੇ ਪਾਰਟ ਨੇ, ਔਰ ਇਹਦੇ ਅੰਦਰ ਵੀ ਸੋ ਕਿਧਰੇ ਕਿਡਨੀਆਂ ਨੇ, ਕਿਧਰੇ ਗੁਰਦਾ ਹੈ, ਦਿਲ ਹੈ। ਇਹ ਮਾਲਕ ਪ੍ਰਭੂ ਪਰਮਾਤਮਾ ਦੀ ਦੇਣ ਹੈ। ਤੇ ਜੇ ਰੱਬ ਨਾ ਕਰੇ ਕਿਤੇ ਇਹਦੇ ਵਿੱਚ ਕਿਸੇ ਤਰ੍ਹਾਂ ਚਲਦਿਆਂ ਕੋਈ ਫਾਲਟ ਆ ਜਾਂਦਾ, ਕੋਈ ਪਾਰਟ ਇਹਦੇ ਵਿੱਚ ਖਰਾਬੀ ਆ ਜਾਂਦੀ ਹੈ, ਤੇ ਅੱਜ ਪਿਆਰਿਓ ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ ਵੀ ਇਥੋਂ ਤੱਕ ਕਿ ਅੱਖਾਂ ਕਿਸੇ ਦੀਆਂ ਤੇ ਕੋਈ ਦੇਖ ਰਿਹਾ ਹੈ, ਦਿਲ ਕਿਸੇ ਦਾ ਕਿਸੇ ਦੇ ਸਰੀਰ ਦੇ ਵਿੱਚ ਪਾ ਦਿੱਤਾ ਜਾਂਦਾ ਹੈ, ਇਥੋਂ ਤੱਕ ਕਿ ਸਾਰਾ ਦਾ ਸਾਰਾ ਖੂਨ ਜਿਹੜਾ ਤਬਦੀਲ ਕਰ ਦਿੱਤਾ ਜਾਂਦਾ ਹੈ। ਪਰ ਵਿਗਿਆਨ ਅੱਜ ਤੱਕ ਇਹੋ ਜਿਹੀ ਤਰੱਕੀ ਨਾ ਕਦੀ ਕੀਤੀ ਤੇ ਨਾ ਕਦੀ ਕਰ ਸਕਦਾ ਹੈ ਵੀ ਜੋ ਕੁਝ ਮਨੁੱਖੀ ਜੀਵਨ ਦੇ ਵਿੱਚ ਗਿਆਨ ਦੀ ਦਾਤ ਹੈ, ਉਹ ਗਿਆਨ ਦੀ ਦਾਤ ਦੂਜੇ ਕਿਸੇ ਸਰੀਰ ਦੇ ਵਿੱਚ ਪਾ ਸਕੇ। ਇੱਕੋ ਇੱਕ ਮਾਲਕ ਦੇ ਘਰ ਵਿੱਚ ਦਾਤ ਹੈ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਪਾਸ ਦਾਤ ਹੈ। ਉਹ ਸਾਰੀ ਦੀ ਸਾਰੀ ਦਾਤ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਜੀਵਨ ਅੰਦਰ ਰੱਖ ਦਿੰਦੇ। ਉਹ ਦਾਤ ਗੁਰੂ ਅੰਗਦ ਸਾਹਿਬ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਦੇ ਅੰਦਰ ਰੱਖ ਦਿੰਦੇ ਨੇ। ਇਹ ਮਾਲਕ ਦੇ ਘਰ ਵਿੱਚ ਰਹਿਮਤਾਂ ਨੇ। ਜਿਹੜਾ ਮਾਲਕ ਪ੍ਰਭੂ ਪਰਮਾਤਮਾ ਨੂੰ ਸਿਮਰਦਾ ਹੈ, ਐਸੇ ਨੂੰ ਆਰਾਧਦਾ ਹੈ, ਮਾਲਕ ਪ੍ਰਭੂ ਪਰਮਾਤਮਾ ਦੇ ਗੁਣ ਉਹਦੇ ਅੰਦਰ ਪੈਦਾ ਹੋ ਜਾਂਦੇ ਨੇ। ਕੇਵਲ ਗੁਣ ਹੀ ਨਹੀਂ, ਉਹ ਮਾਲਕ ਪ੍ਰਭੂ ਪਰਮਾਤਮਾ ਜੈਸਾ ਹੀ ਹੋ ਜਾਂਦਾ ਹੈ। ਜੋ ਮਾਲਕ ਪ੍ਰਭੂ ਪਰਮਾਤਮਾ ਨੂੰ ਧਿਆਉਂਦੇ ਨੇ, ਸਿਮਰਦੇ ਨੇ, ਪਾਤਸ਼ਾਹ ਕਹਿੰਦੇ ਨੇ ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹਾ, ਜਿਉ ਜਲ ਤਰੰਗ ਉੱਠੇ ਬੋ ਭਾਂਤੀ, ਫਿਰ ਸਰਲੈ ਸਰਲ ਸਮਾਏਂਦਾ। ਮਾਲਕ ਪ੍ਰਭੂ ਪਰਮਾਤਮਾ ਵਿੱਚ ਐਸੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਨੇ, ਉਸ ਵਰਗਾ ਕੋਈ ਦੂਸਰਾ ਹੋ ਹੀ ਨਹੀਂ ਸਕਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਹੇ ਕਰਤਾਰ, ਹੇ ਮਾਲਕ, ਤੇਰੇ ਤੋਂ ਬਿਨਾ ਦੂਸਰਾ ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ ਹੈ। ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਹੇ ਕਰਤਾਰ, ਜੋ ਤੂੰ ਕਰਦਾ ਹੈ ਨਾ ਉਹੀ ਹੁੰਦਾ ਹੈ। ਮਨੁੱਖ ਬੜਾ ਕੁਝ ਸੋਚਦਾ ਹੈ ਜੀ, ਆ ਨਹੀਂ ਆ ਕਰਨਾ ਹੈ, ਆ ਨਹੀਂ ਆ ਕਰਨਾ ਹੈ, ਇੰਜ ਨਹੀਂ ਇੰਜ ਹੋਣਾ ਚਾਹੀਦਾ, ਇੰਜ ਨਹੀਂ ਇੰਜ ਹੋਣਾ ਚਾਹੀਦਾ।
ਬੜੀ ਮਨੁੱਖੀ ਸੋਚ ਹੈ ਜੀ ਇਸ ਤਰ੍ਹਾਂ ਦੀ। ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸੇ ਆਪਣੀ ਸੋਚ ਨੂੰ ਲੈ ਕਰਕੇ ਮਨੁੱਖ ਬੜੀਆਂ ਡਿੰਗਾਂ ਵੀ ਮਾਰ ਦਿੰਦਾ ਹੈ ਜੀ। ਮੈਂ ਨਾ ਹੋਵਾਂ ਤੇ ਆ ਨਹੀਂ ਹੋ ਸਕਦਾ, ਮੈਂ ਨਾ ਕਰਦਾ ਇਹ ਕਦੀ ਹੋ ਹੀ ਨਹੀਂ ਸਕਦਾ, ਬੜੀਆਂ ਡਿੰਗਾਂ ਮਾਰਦਾ ਮੈਂ ਮੇਰੀਆਂ ਦੀ ਜੀ। ਪਰ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਨੇ ਨਰ ਚਾਹਤ ਕਛ ਔਰੈ ਕੀ ਔਰੈ ਭਾਈ। ਮਨੋ ਕੁਝ ਦਾ ਕੁਝ ਸੋਚਦਾ ਰਹਿ ਜਾਂਦੇ ਤੇ ਮਾਲਕ ਦੀ ਰਜ਼ਾ ਵਿੱਚ ਹੁਕਮ ਦੇ ਵਿੱਚ ਕੀ ਹੋਣਾ ਹੈ, ਕੀ ਉਹਨੇ ਕਰਨਾ ਹੈ, ਇਹ ਤੇ ਉਦੋਂ ਪਤਾ ਲੱਗਦਾ ਜਦੋਂ ਬਿਲਕੁਲ ਮਨੁੱਖ ਦੀ ਸੋਚ ਦੇ ਗੱਲ ਉਲਟ ਹੋ ਜਾਂਦੀ ਹੈ। ਇਉਂ ਕਹਿ ਲਈਏ ਸੰਸਾਰ ਦੇ ਅੰਦਰ ਜੀਵ ਕਿਸੇ ਬੜੇ ਸੁੰਦਰ ਕਾਰਜ ਤੇ ਜਾਣ ਵਾਸਤੇ 1 ਮਹੀਨਾ ਪਹਿਲਾਂ ਤਿਆਰੀ ਕਰਦੇ ਨੇ ਜੀ। ਉਹਦੇ ਵਾਸਤੇ ਸ਼ੋਪਿੰਗ ਕਰਨੀ ਹੈ, ਆਹ ਗਹਿਣੇ ਗੱਟੇ ਤਿਆਰ ਕਰਨੇ ਨੇ ਜੀ। ਤੇ ਜੇ ਦਿਨ ਕਾਰਜ ਹੁੰਦਾ ਹੈ ਉਸ ਦਿਨ ਤੋਂ 1 ਦਿਨ ਪਹਿਲਾਂ ਸਾਰੀ ਦੀ ਸਾਰੀ ਫੁੱਲ ਤਿਆਰੀ ਕਰਕੇ ਰਾਤ ਨੂੰ ਆਰਾਮ ਕਰਦੇ ਨੇ ਵੀ ਸਵੇਰ ਹੋਣੀ ਹੈ, ਸਵੇਰੇ ਅਸੀਂ ਟ੍ਰੇਨ ਦੇ ਜਾਂ ਅਸੀਂ ਪਲੇਨ ਵਾਹਿਗੁਰੂ ਪਲੇਨ ਤੇ ਜਾਣਾ ਤੇ ਸਮੇਂ ਨਾਲ ਅਸੀਂ ਉੱਠ ਕੇ ਤੁਰ ਪਵਾਂਗੇ। ਤਿਆਰੀ ਕਰਕੇ ਰਾਤ ਨੂੰ ਸੌਂਦੇ ਨੇ ਤੇ ਸਵੇਰ ਹੋਣ ਤੋਂ ਪਹਿਲਾਂ ਜਾਂ ਤੇ ਕੋਈ ਸੁਨੇਹਾ ਲੈ ਕੇ ਘਰ ਆ ਜਾਂਦਾ ਹੈ ਜੀ, ਤੇ ਜਾਂ ਫੋਨ ਦੀ ਅੱਜ ਘੰਟੀ ਖੜਕ ਜਾਂਦੀ ਹੈ ਕਿ ਤੁਹਾਡਾ ਫਲਾਣਾ ਜੀਵ ਸੰਸਾਰ ਤੋਂ ਕੂਚ ਕਰ ਗਿਆ। ਸਾਰੀ ਤਿਆਰੀ ਧਰੀ ਧਰਾਈ ਉੱਥੇ ਦੀ ਉੱਥੇ ਰਹਿ ਜਾਂਦੀ ਹੈ। ਜੀਵ ਸੋਚਦੇ ਨੇ ਕਹਿੰਦੇ ਖੁਸ਼ੀ ਦੇ ਕਾਰਜ ਤੇ ਵਿਆਹ ਵਾਲੇ ਪਾਸੇ ਬਾਅਦ ਵਿੱਚ ਚਲੇ ਜਾਵਾਂਗੇ, ਪਹਿਲਾਂ ਆ ਗਮੀ ਦੇ ਕਾਰਜ ਵਿੱਚ ਪਹੁੰਚੀਏ। ਤੇ ਪਾਵਨ ਬਾਣੀ ਦੇ ਬਚਨ ਨੇ ਪਾਤਸ਼ਾਹ ਕਹਿੰਦੇ ਨੇ ਮਤਾ ਕਰੈ ਪਹਚਮ ਕੈ ਤਾਈ। ਜੀਵ ਸਲਾਹ ਤੇ ਕਰਦੇ ਕਿ ਪਹਚਮ ਵਾਲੇ ਪਾਸੇ ਜਾਣਾ, ਮਤਾ ਤੇ ਪਕਾ ਕੇ ਸੌਂਦਾ ਵੀ ਪਹਚਮ ਨੂੰ ਜਾਣਾ, ਸਵੇਰੇ ਵਿਆਹ ਕਾਰਜਾਂ ਨੂੰ ਜਾਣਾ। ਮਤਾ ਕਰੈ ਪਹਚਮ ਕੈ ਤਾਈ ਪੂਰਬ ਹੀ ਲੈ ਜਾਤ। ਮਾਲਕ ਪ੍ਰਭੂ ਪਰਮਾਤਮਾ ਸਵੇਰੇ ਪੂਰਬ ਵਾਲੇ ਪਾਸੇ ਲੈ ਜਾਂਦਾ ਜੀ, ਉਹ ਮਿਰਗ ਵਾਲੇ ਪਾਸੇ ਲੈ ਜਾਂਦਾ। ਮਾਲਕ ਪ੍ਰਭੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਕੀ ਹੋਣਾ ਹੈ ਉਹਨੂੰ ਪਤਾ ਹੈ, ਉਹੀ ਹੁੰਦਾ ਹੈ ਜੋ ਉਹਦੀ ਰਜ਼ਾ ਦੇ ਵਿੱਚ ਹੋਣਾ ਹੈ। ਜੀਵ ਕਿੰਨੀਆਂ ਵੀ ਡਿੰਗਾਂ ਮਾਰ ਲਏ, ਸਭ ਕਹਿੰਦੇ ਨੇ ਸਭ ਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸਾਰੇ ਜੀਵ ਪਿਆਰਿਓ ਬੜਾ ਯਤਨ ਕਰਦੇ ਨੇ, ਆਹ ਨਹੀਂ ਉਹ ਕਰਨਾ, ਉਹ ਨਹੀਂ ਆਹ ਕਰਨਾ, ਇਸ ਤਰ੍ਹਾਂ ਹੋਣਾ ਚਾਹੀਦਾ, ਪਰ ਹੁੰਦਾ ਉਹੀ ਹੈ ਜੋ ਕਰਤਾਰ ਦੀ ਰਜ਼ਾ ਵਿੱਚ ਹੁੰਦਾ ਹੈ। ਤੇਰਾ ਜੋਰ ਤੇਰੀ ਮਨ ਟੇਕ। ਕਹਿਣ ਲੱਗੇ ਹੇ ਕਰਤਾਰ ਮਾਲਕ ਪ੍ਰਭੂ ਪਰਮਾਤਮਾ ਸਾਰੇ ਜੀਵਾਂ ਦੇ ਵਿੱਚ ਤੇਰਾ ਜ਼ੋਰ ਤੇਰਾ ਹੀ ਬਲ ਹੈ। ਸਾਰਿਆਂ ਦੇ ਮਨਾਂ ਦੇ ਵਿੱਚ ਤੇਰੀ ਹੀ ਟੇਕ ਤੇਰਾ ਹੀ ਆਸਰਾ ਹੈ। ਤੇਰੇ ਤੋਂ ਬਿਨਾਂ ਇਹ ਜੀਵਨ ਨਹੀਂ ਚੱਲ ਸਕਦਾ, ਤੇਰੇ ਤੋਂ ਬਿਨਾਂ ਇਹ ਜੀਵਨ ਕਾਇਮ ਨਹੀਂ ਰਹਿ ਸਕਦਾ। ਤੇਰੀ ਜੋਤ ਵਿੱਚ ਕੰਮ ਕਰਦੀ ਪਈਏ ਤੇ ਤਾਂ ਹੀ ਇਹ ਸਰੀਰ ਹਰਕਤ ਵਿੱਚ ਹੈ, ਤਾਂ ਹੀ ਇਹ ਚੱਲ ਫਿਰ ਰਿਹਾ ਹੈ। ਸਦਾ ਸਦਾ ਜਪ ਨਾਨਕ ਏਕ। ਇਸ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਨਾਨਕ ਫਰਮਾਨ ਕਰਦੇ ਨੇ ਕਿ ਇਹ ਜੀਵ ਇਸ ਲਈ ਸਦਾ ਹੀ ਇੱਕ ਮਾਲਕ ਪ੍ਰਭੂ ਪਰਮਾਤਮਾ ਨੂੰ ਜਪਣਾ ਚਾਹੀਦਾ ਹੈ। ਇੱਕ ਓੰਕਾਰ ਤੋਂ ਬਾਣੀ ਦੀ ਆਰੰਭਤਾ ਹੈ, ਇੱਕ ਦੀ ਸਾਰੀ ਵਿਆਖਿਆ ਹੈ, ਇੱਕ ਦੇ ਨਾਲ ਜੁੜਨ ਦੀ ਤਾਕੀਦ ਹੈ। ਗੁਰੂ ਬਾਬੇ ਨੇ ਇੱਕ ਦਾ ਸਿਧਾਂਤ ਸਾਡੀ ਝੋਲੀ ਪਾਇਆ ਕਿ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇੱਕ ਦਾ ਸਿਧਾਂਤ ਹੈ। ਤੇ ਜਦੋਂ ਇੱਕ ਤੋਂ ਬਾਣੀ ਦੀ ਆਰੰਭਤਾ, ਇੱਕ ਦੀ ਵਿਆਖਿਆ, ਇੱਕ ਨਾਲ ਜੁੜਨ ਦੀ ਤਾਕੀਦ ਹੈ, ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਦੂਜੇ ਨਾਲ, ਹੋਰਨਾਂ ਦੇ ਨਾਲ, ਆਸਰੇ ਨਾਲ ਜੁੜ ਕੇ ਕਿਵੇਂ ਤੇਰਾ ਪਾਰ ਉਤਾਰਾ ਹੋ ਸਕਦਾ ਹੈ। ਜੀਵਨ ਦਾ ਆਧਾਰ ਕੇਵਲ ਤੇ ਕੇਵਲ ਇੱਕ ਹੈ, ਪਰਮਾਤਮਾ ਦਾ ਨਾਮ ਹੈ। ਉਹਦੇ ਤੋਂ ਬਿਨਾਂ ਜੀਵਨ ਦਾ ਪਾਰ ਉਤਾਰਾ ਨਹੀਂ। ਇਸੇ ਲਈ ਸਾਹਿਬ ਨੇ ਸਮੁੱਚੇ ਸੰਸਾਰ ਦੇ ਅੰਦਰ ਇਹ ਪਾਵਨ ਢੰਡੋਰਾ ਦਿੱਤਾ ਸੀ, ਆਬ ਕਲੋ ਆਇਓ ਰੇ ਇੱਕ ਨਾਮ ਬੋਵੋ ਅਨ ਰੁੱਤ ਨਾਹੀ ਮਤ ਭਰਮ ਭੁੱਲੋ ਮਨ ਰੁੱਤ ਨਾਮ ਰੇ। ਇਹ ਨਾਮ ਬੀਜਣ ਦੀ ਰੁੱਤ ਹੈ, ਇਹ ਨਾਮ ਬੀਜਣ ਦਾ ਸਮਾਂ ਮਾਲਕ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੇ ਸਭ ਕਹਿਣ ਲੱਗੇ ਜਿਹਦੇ ਪੈਦਾ ਕੀਤਾ ਹੋਇਆ ਇਹ ਸੰਸਾਰ ਹੈ, ਜਿਹਦੀ ਰਜ਼ਾ ਵਿੱਚ ਸਭ ਕੁਝ ਹੋ ਰਿਹਾ, ਜਿਹਦਾ ਜ਼ੋਰ ਹਰ ਪਾਸੇ ਚੱਲਦਾ ਪਿਆ, ਤੇ ਸਭ ਕਹਿੰਦੇ ਭਲਿਆ ਉਸ ਇੱਕ ਨੂੰ ਜਪ, ਉਸ ਇੱਕ ਨੂੰ ਸਿਮਰਨਾ ਕਰ। ਸਭ ਉਪਰ ਪਾਰ ਬ੍ਰਹਮ ਦਾ ਤਾਰ। ਉਹ ਸਾਰਿਆਂ ਤੋਂ ਉੱਪਰ ਹੈ,
ਸਾਰਿਆਂ ਦੇ ਸਿਰ ਦਾ ਸਾਈਂ ਹੈ। ਉਹ ਮਾਲਕ ਪ੍ਰਭੂ ਪਰਮਾਤਮਾ ਸਾਰੀਆਂ ਦਾਤਾਂ ਦੇਣ ਵਾਲਾ ਹੈ। ਤੇਰੀ ਟੇਕ ਤੇਰਾ ਆਧਾਰ। ਤੇ ਕਹਿੰਦੇ ਹੇ ਮਾਲਕ ਸਾਰਿਆਂ ਦੇ ਸਿਰ ਦੇ ਸਾਈਆਂ, ਐ ਸਾਰਿਆਂ ਦੇ ਮਾਲਕ, ਹੇ ਕਰਤਾਰ, ਸਾਰੇ ਜੀਵਾਂ ਨੂੰ ਤੇਰੀ ਹੀ ਟੇਕ, ਤੇਰਾ ਹੀ ਆਸਰਾ ਹੈ। ਤੇਰੇ ਤੋਂ ਬਿਨਾ ਕੋਈ ਟੇਕ, ਕੋਈ ਆਸਰਾ ਨਹੀਂ। ਜਿਹਨੂੰ ਪਿਆਰਿਓ ਇਹ ਗੁਰੂ ਦੇ ਬਚਨ ਸਮਝ ਵਿੱਚ ਆ ਜਾਂਦੇ ਨੇ ਨਾ, ਉਹ ਫਿਰ ਹੋਰ ਆਸਰੇ ਛੱਡ ਕੇ ਕੇਵਲ ਇੱਕ ਦੀ ਟੇਕ ਲੈ ਲੈਂਦਾ ਹੈ। ਉਹ ਕਹਿੰਦਾ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕ ਹੈ ਭਗਵਾਨ। ਜਿਸ ਕੈ ਦੀਐ ਰਹਿ ਅਗਾਏ, ਬਹੁ ਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਆਤ। ਫਿਰ ਜੇ ਇੱਕ ਦੀ ਇਹ ਸਮਝ ਆ ਜਾਏ, ਇੱਕ ਦੇ ਆਧਾਰ ਦੀ ਗਾਥਾ ਸੂਝ ਵਿੱਚ ਆ ਜਾਏ, ਤੇ ਫਿਰ ਐਸਾ ਸਮਾਜ ਦਾ ਹਾਲ ਨਾ ਹੋਵੇ ਜਿਹੜਾ ਅੱਜ ਹਾਲ ਬਣਿਆ ਪਿਆ ਹੈ, ਜਿਸ ਨੂੰ ਦਾਨੇਪੁਰ ਕਹਿੰਦੇ ਨੇ, ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੇ ਰੰਨੇ ਦੀ, ਢੋਲ ਟਮੱਕਾ ਸਰਵਰ ਦਾ। ਕੋਈ ਕਿਸੇ ਦਾ ਆਸਰਾ, ਕੋਈ ਕਿਸੇ ਦਾ ਆਸਰਾ, ਕੋਈ ਕਿਸੇ ਦਾ ਆਸਰਾ ਬਣਾਈ ਜਾ ਰਿਹਾ ਜੀ। ਪਰ ਪਿਆਰਿਓ, ਜੇ ਪਾਰ ਉਤਾਰੇ ਤੇ ਇੱਕੋ ਇੱਕ ਮਾਲਕ ਦੇ, ਗੁਰੂ ਦੇ ਨਾਮ ਦੇ ਆਸਰੇ ਦੇ ਦੁਆਰਾ, ਇਹ ਤੋਂ ਬਿਨਾ ਸਾਡੇ ਜੀਵਨ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਬੜੇ ਬੜੇ ਆਸਰੇ ਜੀਵ ਲੈ ਰਹੇ ਨੇ, ਬੜਿਆਂ ਨੇ ਆਸਰੇ ਲੈ ਕਰਕੇ ਦੇਖ ਰਹੇ ਨੇ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਜੀਵ ਆਉਂਦਾ ਹੈ ਤੇ ਇੱਥੇ ਆ ਕਰਕੇ ਸਮਝ ਆਉਂਦੀ ਹੈ ਕਿ ਕਿਸ ਹੀ ਕੋਈ ਕੋਏ ਮਨ ਨੇ ਮਾਣੀ ਇੱਕ ਤੂੰ। ਮਾਲਕਾ, ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ ਹੈ, ਪਰ ਮੇਰੀ ਨਿਮਾਣੀ ਜੀ ਜਿੰਦ ਨੂੰ ਤੇਰੇ ਚਰਨਾਂ ਕਮਲਾਂ ਦਾ ਆਸਰਾ ਹੈ। ਪਿਆਰਿਓ, ਇਹ ਪਾਵਨ ਬਚਨ ਦੂਸਰੇ ਨਾਨਕ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਤਿਗੁਰੂ ਜੀ ਦਾ ਬਚਨ ਹੈ। ਤੇ ਜਿਸ ਦਿਨ ਪਿਆਰਿਓ ਅਸੀਂ ਗੁਰੂ ਮਾਲਕ ਦੇ ਜੀਵਨ ਦੀ ਗਾਥਾ ਨੂੰ ਪੜ੍ਹਦੇ ਹਾਂ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਧਾਨਕ ਰੂਪ, ਧਾਨਕ ਸੰਗ ਵਰਤਾਇਆ ਸੀ, ਤੇ ਕੋਈ ਮਾਇਆ ਨੂੰ ਲੈ ਕੇ ਭੱਜ ਗਿਆ, ਕੋਈ ਬਾਬੇ ਦੇ ਕੁਦਕੇ ਤੋਂ, ਡੰਡੇ ਤੋਂ ਡਰਦਾ ਭੱਜ ਗਿਆ, ਕੋਈ ਬਾਬੇ ਦੇ ਵੇਸ ਨੂੰ ਦੇਖ ਕਰਕੇ ਭਰਮ ਗਿਆ। ਕਈਆਂ ਨੇ ਕਹਿ ਦਿੱਤਾ ਸੀ ਬਾਬਾ ਕਮਲਾ ਹੋ ਗਿਆ, ਸਾਰੇ ਭੱਜ ਗਏ, ਤੇ ਜੇ ਕੇਵਲ ਇੱਕ ਟਿਕੇ ਰਹਿ ਗਏ ਸੀ ਤੇ ਭਾਈ ਲੈਣਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਤਿਗੁਰੂ। ਤੇ ਜਦੋਂ ਪੁੱਛਿਆ ਸੀ ਲੈਣਿਆ ਤੂੰ ਨਹੀਂ ਜਾਂਦਾ, ਸਾਰੇ ਆਪਣੇ ਘਰਾਂ ਨੂੰ ਚਲੇ ਗਏ, ਤੇ ਹੱਥ ਜੋੜ ਕੇ ਕਹਿੰਦੇ ਸੀ ਬਾਬਾ, ਜਿਨ੍ਹਾਂ ਦਾ ਘਰ, ਜਿਨ੍ਹਾਂ ਦਾ ਆਸਰਾ ਸੀ, ਉਹ ਆਪਣੇ ਘਰ ਨੂੰ ਚਲੇ ਗਏ। ਮਾਲਕਾ, ਮੇਰਾ ਘਰ, ਮੇਰਾ ਆਸਰਾ ਤੇ ਤੁਹਾਡੇ ਚਰਨ ਨੇ, ਤੁਹਾਨੂੰ ਛੱਡ ਕੇ ਕਿੱਥੇ ਜਾ ਸਕਦਾ। ਤੇ ਬਾਬੇ ਨੇ ਫਿਰ ਬਚਨ ਵਰਤਿਆ ਸੀ, ਜੇ ਇੰਨਾ ਹੀ ਭਰੋਸਾ ਹੈ ਤੇ ਚੱਲ ਫਿਰ ਮੁਰਦਾ ਖਾ। 7 ਬਚਨ ਮੁਰਦੇ ਦੀਆਂ ਪ੍ਰਕਰਮਾਂ ਕਰਨ ਲੱਗ ਪਏ ਸਨ। ਘੁੰਮੀ ਕਿਉਂ ਜਾਂਦਾ, ਖਾਂਦਾ ਕਿਉਂ ਨਹੀਂ, ਸਾਹਿਬ ਤੁਹਾਡਾ ਹੁਕਮ ਉਡੀਕਦਾ ਪਿਆ, ਕਿਧਰੋਂ ਖਾਵਾਂ। ਸਾਹਿਬ ਕਹਿੰਦੇ ਜਿੱਧਰ ਖੜਾ ਉਧਰੋਂ ਹੀ ਖਾਣਾ ਸ਼ੁਰੂ ਕਰ ਦੇ। 7 ਬਚਨ। ਮਾਲਕ ਦੀ ਨੇਤ, ਉਹ ਕੱਪੜਾ ਚੱਕਿਆ ਹੈ, ਉਸ ਕੱਪੜੇ ਦੇ ਹੇਠਾਂ ਕੋਈ ਮੁਰਦਾ ਸਰੀਰ ਨਹੀਂ। ਇਤਿਹਾਸ ਗਵਾਹੀ ਦਿੰਦਾ ਕਿ ਕੜਾਹ ਪ੍ਰਸ਼ਾਦ ਦੀ ਦੇਗ ਦਾ ਲੇਪ ਕੀਤਾ ਹੋਇਆ ਸੀ, ਇਉਂ ਲੱਗਦਾ ਸੀ ਜਿਵੇਂ ਕੋਈ ਮੁਰਦਾ ਸਰੀਰ ਪਿਆ ਹੋਵੇ। ਤੇ ਗੁਰੂ ਬਾਬਾ ਪਿਆਰਿਓ, ਸਾਨੂੰ ਕੋਈ ਮੁਰਦਾ ਥੋੜਾ ਕੋਈ ਖਵਾਉਣਾ ਚਾਹੁੰਦਾ। ਗੁਰੂ ਬਾਬੇ ਨੇ ਤੇ ਕਿਹਾ, ਸਿੱਖਾਂ ਮੈਂ ਤੈਨੂੰ ਮੁਰਦਾ ਨਹੀਂ ਸੀ ਖਵਾਉਣਾ ਚਾਹੁੰਦਾ, ਮੈਂ ਤੇ ਚਾਹੁੰਦਾ ਸੀ ਜੇ ਅਸੀਂ ਮੁਰਦਾ ਘਰ ਵਿੱਚ ਨਹੀਂ ਨਾ ਰੱਖਦੇ ਜੀ, ਤੇ ਸਾਨੂੰ ਮੁਰਦਾ ਵਿਚਾਰਾਂ ਵੀ ਆਪਣੇ ਜੀਵਨ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ। ਇਹ ਮੁਰਦਾ ਵਿਚਾਰਾਂ ਵੀ ਨਿਗਲ ਜਾਣੀਆਂ ਚਾਹੀਦੀਆਂ ਨੇ, ਖਾ ਜਾਣੀਆਂ ਚਾਹੀਦੀਆਂ ਨੇ। ਗੁਰੂ ਬਾਬੇ ਦੇ ਹੁਕਮ ਨੂੰ ਪਛਾਣਿਆ, ਸਮਝਿਆ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਨੂੰ ਆਪਣੇ ਗਲ ਵਕੜੀ ਵਿੱਚ ਲਿਆ ਤੇ ਬਚਨ ਕੀਤਾ ਸੀ, ਆ ਲੈਣਿਆ, ਜੇ ਤੂੰ ਮੈਨੂੰ ਆਪਣਾ ਘਰ ਬਣਾਇਆ ਨਾ, ਮੈਂ ਤੈਨੂੰ ਆਪਣਾ ਘਰ ਬਣਾਉਣਾ ਹੈ। ਸਿੱਖ ਗੁਰੂ ਨੂੰ ਆਪਣਾ ਆਸਰਾ ਬਣਾਉਂਦਾ ਹੈ, ਗੁਰੂ ਸਿੱਖ ਨੂੰ ਆਸਰਾ ਬਣਾ ਲੈਂਦਾ ਹੈ। ਕਿੰਨੀ ਕਮਾਲ ਦੀ ਗੱਲ ਹੈ। ਸਾਹਿਬ ਦੇ ਘਰ ਵਿੱਚ ਸਿੱਖ ਗੁਰੂ ਨਾਲ ਪਿਆਰ ਕਰਦੇ ਤੇ ਗੁਰੂ ਸਿੱਖ ਨਾਲ ਪਿਆਰ ਕਰਦਾ ਹੈ। ਜੇ ਗੁਰੂ ਨੂੰ ਸਿੱਖ ਕਹਿੰਦੇ ਕਿ ਗੁਰੂ ਜੋਗਾ ਹੈ, ਤੇ ਗੁਰੂ ਵੀ ਕਹਿ ਦਿੰਦੇ ਚੰਗਾ ਭਾਈ ਜੋਗਿਆ, ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ ਹੈ। ਐਸੀ ਬਖਸ਼ਿਸ਼ ਵਰਤਦੀ ਹੈ ਜਦੋਂ ਜੀਵਨ ਦਾ ਆਧਾਰ ਇੱਕ ਬਣ ਜਾਂਦਾ ਹੈ, ਜਦੋਂ ਜੀਵਨ ਦੀ ਟੇਕ ਇੱਕ ਬਣ ਜਾਂਦੀ ਹੈ। ਪਿਆਰਿਓ, ਨਾਲ ਹੀ ਮੈਂ ਬੇਨਤੀ ਕਰਦਾ ਚਲਾਂ, ਆਪ ਜੀ ਦੀ ਬਖਸ਼ ਰਹਿਮਤ ਦੇ ਸਦਕਾ
ਜਿਨ੍ਹਾਂ ਅਸਥਾਨਾਂ ਤੇ ਗੁਰੂ ਨੇ ਸੇਵਾ ਬਖਸ਼ਿਸ਼ ਕੀਤੀ ਹੈ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਪਾਵਨ ਦਰਬਾਰ, ਸ੍ਰੀ ਖਡੂਰ ਸਾਹਿਬ ਜੀ ਦੀ ਧਰਤੀ, 8 ਗੁਰੂ ਸਾਹਿਬਾਨ ਜੀ ਦੀ ਚਰਨ ਛੋਹ ਧਰਤੀ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ, ਉੱਥੋਂ ਦੇ ਦਰ ਦਾ ਸਾਹਿਬ ਦੇ ਦਰ ਦਾ ਕੂਕਰ ਹੁੰਦਿਆਂ ਹੋਇਆਂ ਨਾਲ ਮੈਂ ਬੇਨਤੀ ਕਰਾਂਗਾ, ਆਉਣ ਵਾਲੀ 1 ਤਰੀਕ ਜਿਹੜੀ ਹੈ, 1 ਮਈ ਜਿਹੜੀ ਹੈ, ਇਸ 1 ਤਰੀਕ ਨੂੰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਨੇ। ਤੇ ਪਿਆਰਿਓ, ਬਹੁਤ ਉੱਚ ਪੱਧਰ ਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਸਹਿਯੋਗ ਨਾਲ, ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਏ ਜਾ ਰਹੇ ਨੇ। ਆਪ ਸਿੱਖ ਸੰਗਤਾਂ ਨੇ ਵੀ ਆਉਣਾ, ਹਾਜ਼ਰੀਆਂ ਭਰਨੀਆਂ ਜੀ। ਮਾਲਕ ਕਿਰਪਾ ਕਰੇ। ਉਹਨਾਂ ਸਤਿਗੁਰਾਂ ਨੇ ਸਾਡੀ ਝੋਲੀ ਵਿੱਚ ਇਹ ਬਚਨ ਪਾਏ ਨੇ ਕਿ ਕਿਸ ਹੀ ਕੋਈ ਕੋਏ ਮੰਨ ਨਿਮਾਣੀ ਇੱਕ ਤੂੰ। ਮਾਲਕਾ, ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ, ਮੇਰੀ ਨਿਮਾਣੀ ਜੀ ਜਿੰਦ ਨੂੰ ਤੁਹਾਡੇ ਚਰਨਾਂ ਕਮਲਾਂ ਦਾ ਆਸਰਾ, ਤੇਰੇ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ। ਪਿਆਰਿਓ, ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਅੱਜ ਭਾਵਨਾ ਬਣਾ ਲੈ। ਨਹੀਂ ਤੇ ਕਈ ਵਾਰੀ ਮਨਾਂ ਵਿੱਚ ਖਿਆਲ ਆਉਂਦਾ, ਦੇਖੋ ਜੀ ਫਲਾਣਾ ਵੀ ਉਧਰ ਜਾ ਰਿਹਾ, ਫਲਾਣਾ ਵੀ ਉਧਰ ਜਾ ਰਿਹਾ। ਪਿਆਰਿਓ, ਜਿਹੜੇ ਜਾਂਦੇ ਨੇ ਉਹਨਾਂ ਨੂੰ ਮੁਬਾਰਕ। ਘੱਟੋ ਘੱਟ ਗੁਰੂ ਕੇ ਸਿੱਖਾਂ, ਤੂੰ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਹੁਕਮ ਨੂੰ ਕਮਾਉਣਾ ਹੈ। ਗੁਰੂ ਦੇ ਬਚਨ ਨੇ ਕਿ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਏ। ਜਦੋਂ ਗੁਰੂ ਕਾ ਸਿੱਖ ਇਹ ਬਚਨ ਪੜਦਾ ਤੇ ਫਿਰ ਕਿਉਂ ਮੜੀਆਂ ਮਸਾਣਾ ਕਬਰਾਂ ਦੀ ਪੂਜਾ ਕਰੇ। ਜਦੋਂ ਸਿੱਖ ਨੂੰ ਹਦਾਇਤ ਹੈ ਕਿ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ, ਮੜੀ ਮਟ ਭੂਲ ਨਾ ਮਾਨੈ। ਕਦੀ ਭੁੱਲ ਕੇ ਵੀ ਮੜੀਆਂ ਮਸਾਣਾ ਕਬਰਾਂ ਦੀ ਸਿੱਖ ਪੂਜਾ ਨਾ ਕਰਨਾ ਕਰੇ। ਤੇ ਪਿਆਰਿਓ, ਜੇਕਰ ਸਿੱਖ ਫਿਰ ਵੀ ਕਿਸੇ ਵੀਰਵਾਰ ਦੇ ਦਿਨ ਜਾਂ ਕਿਸੇ ਹੋਰ ਦਿਨਾਂ ਤੇ ਜਾ ਕਰਕੇ ਕਦੀ ਕਿਸੇ ਦਰ ਤੇ, ਕਦੀ ਕਿਸੇ ਦਰ ਤੇ, ਕਦੀ ਤੇਲ ਲੈ ਕੇ, ਕਦੀ ਸੀਰਨੀ ਲੈ ਕੇ, ਕਦੀ ਕੁਝ ਲੈ ਕਰਕੇ ਚੜਾਉਂਦਾ ਫਿਰੇ, ਲਾਈਨਾਂ ਵਿੱਚ ਖੜਾ ਹੁੰਦਾ ਫਿਰੇ, ਤੇ ਪਿਆਰਿਓ ਫਿਰ ਉੱਥੇ ਜੀਵ ਪਤਾ ਕੀ ਕਹਿੰਦੇ ਨੇ, ਦੇਖੋ ਇਹ ਗੁਰੂ ਨਾਨਕ ਦਾ ਸਿੱਖ ਵੀ ਇੱਥੇ ਆਇਆ ਹੋਇਆ ਹੈ। ਤੇ ਦੂਜਾ ਪਤਾ ਫਿਰ ਕੀ ਕਹੇਗਾ, ਉਹ ਕਹੇਗਾ ਹੈ ਤੇ ਲੱਗਦਾ ਹੈ ਗੁਰੂ ਨਾਨਕ ਦੇ ਘਰ ਦਾ ਸਿੱਖ ਹੈ, ਪਰ ਇੱਥੇ ਕਿਉਂ ਆਇਆ ਹੈ? ਇਹਦਾ ਮਤਲਬ ਇਹਨੂੰ ਗੁਰੂ ਨਾਨਕ ਦੇ ਘਰ ਚੋਂ, ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਚੋਂ ਮੰਗਣਾ ਨਹੀਂ ਆਇਆ, ਇਹਨੂੰ ਮੰਗਣ ਦੀ ਜਾਚ ਨਹੀਂ ਆਈ, ਤਾਂ ਇੱਥੇ ਤੁਰਿਆ ਫਿਰ ਰਿਹਾ ਹੈ। ਜਿਹਨੂੰ ਮੰਗਣ ਦੀ ਜਾਚ ਆ ਗਈ ਨਾ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚੋਂ ਉਹਨਾਂ ਦੀਆਂ ਝੋਲੀਆਂ ਰਹਿਮਤਾਂ ਨਾਲ ਭਰ ਜਾਂਦੀਆਂ ਨੇ। ਕੋਈ ਦੁੱਖ ਤੋਂ ਛੁਟਕਾਰਾ ਚਾਹੁੰਦੇ, ਗੁਰੂ ਰਾਮਦਾਸ ਮਹਾਰਾਜ ਜੀ ਦਾ ਦੁੱਖ ਕੱਢ ਦਿੰਦੇ ਨੇ। ਕੋਈ ਦੁੱਧ ਪੁੱਤ ਮੰਗਦਾ, ਮਾਲਕ ਉਹਨੂੰ ਦੁੱਧ ਪੁੱਤ ਦੇ ਦਿੰਦੇ ਨੇ। ਕੋਈ ਲੋਕ ਦੇ ਸੁੱਖ ਮੰਗਦਾ, ਮਾਲਕ ਲੋਕ ਦੇ ਸੁੱਖ ਦਿੰਦਾ ਹੈ। ਕੋਈ ਮਾਲਕ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਆਉਂਦਾ, ਮਾਲਕ ਉਹਨੂੰ ਗਲ ਵਕੜੀ ਵਿੱਚ ਲੈਂਦੇ ਬਲਹਾਰੇ ਜਾਂਦੇ ਨੇ। ਕੋਈ ਪਰਲੋਕ ਦੇ ਸੁੱਖ ਮੰਗਦਾ, ਮਾਲਕ ਸਦਾ ਲਈ ਆਪਣੇ ਚਰਨਾਂ ਵਿੱਚ ਉਹਨੂੰ ਥਾਂ ਦੇ ਦਿੰਦੇ ਨੇ। ਇਸ ਲਈ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹੇ ਕਰਤਾਰ ਮਾਲਕ, ਤੂੰ ਸਾਰੇ ਜਗਤ ਦੇ ਜੀਵਾਂ ਦਾ ਆਸਰਾ ਆਧਾਰ ਹੈ। ਰਹਾਉ ਵਿਸਰਾਮ ਦੇ ਕਰਕੇ ਉਚਾਰਨ ਕਰਦੇ ਹਨ, ਹੈ ਤੂੰ ਹੋਵਨਹਾਰ। ਕਹਿਣ ਲੱਗੇ, ਹੇ ਕਰਤਾਰ ਮਾਲਕ ਪ੍ਰਭੂ ਪਰਮਾਤਮਾ ਜੀਓ, ਤੂੰ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਅਗਾਮ ਵੀ ਸੱਚ ਹੋਵੇਂਗਾ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇਰੇ ਵਰਗੀ ਹਸਤੀ ਵਾਲਾ ਕੋਈ ਨਹੀਂ ਹੈ ਜੀ। ਕੇਵਲ ਤੇ ਕੇਵਲ ਤੂੰ ਹੀ ਇੱਕ ਆਪ ਹੈ ਜਿਹੜਾ ਸੱਚੀ ਹੋਂਦ ਵਾਲਾ ਹੈ ਤੇ ਸਦੀ ਵੀ ਹੈ। ਅਗਮੇ ਅਗਾਧ ਊਚ ਆਪਾਰ, ਸਾਡੇ ਮਨ ਦੀ ਪਹੁੰਚ ਤੋਂ ਪਰਾਂ ਹੈ, ਅਥਾਹ ਹੈ, ਸਭ ਤੋਂ ਉੱਚਾ ਹੈ ਤੇ ਅਪਾਰ ਬੇਅੰਤ ਹੈ। ਤੇਰਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੇ। ਹੇ ਕਰਤਾਰ, ਜਿਹੜੇ ਤੈਨੂੰ ਸਿਮਰਦੇ ਨੇ ਨਾ, ਜਪਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਵਿਆਪਦਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੁੰਦਾ। ਅਸੀਂ ਪਿਆਰਿਓ ਬੜੇ ਡਰਾਂ ਦੇ ਵਿੱਚ ਗਰਸੇ ਹੋਏ, ਕਿਸੇ ਨੂੰ ਕੋਈ ਡਰ, ਕਿਸੇ ਨੂੰ ਕੋਈ ਡਰ ਹੈ। ਪਰ ਜਿਨ੍ਹਾਂ ਨੇ ਗੁਰੂ ਦੀ ਮਾਲਕ ਦੀ ਸ਼ਰਨ ਲੈ ਲਈ, ਮਾਲਕ ਨੂੰ ਧਿਆਇਆ, ਸਿਮਰਿਆ ਨਾ, ਮਾਲਕ ਨੇ ਉਹਨਾਂ ਦੇ ਸਾਰੇ ਡਰ ਖਤਮ ਕਰ ਦਿੱਤੇ। ਰੋਜ਼ਾਨਾ ਆਪ ਜੀ ਪੜ੍ਹਦੇ ਹੋ, ਸੁਣਦੇ ਹੋ,
ਮੇਰੇ ਪਾਤਸ਼ਾਹ ਕਹਿੰਦੇ ਨੇ, ਜਿਨ ਨਿਰਭਉ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਨੂੰ ਧਿਆਇਆ, ਉਹਨਾਂ ਦੇ ਸਾਰੇ ਡਰ ਮਾਲਕ ਨੇ ਦੂਰ ਕਰ ਦਿੱਤੇ, ਗਵਾ ਦਿੱਤੇ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਨੂੰ ਜਪਾਂਗੇ ਤੇ ਸਾਰੇ ਜਿਹੜੇ ਡਰ ਨੇ ਖਤਮ ਹੋ ਜਾਣਗੇ। ਤੇ ਜੇ ਜਪਾਂਗੇ ਹੀ ਡਰਨ ਵਾਲਿਆਂ ਨੂੰ ਜੀ, ਤੇ ਫਿਰ ਡਰ ਸਾਡੇ ਕਿੱਥੋਂ ਖਤਮ ਹੋ ਸਕਦੇ? ਅਸੀਂ ਕਿਵੇਂ ਡਰਾਂ ਤੋਂ ਰਹਿਤ ਹੋ ਸਕਦੇ ਹਾਂ? ਡਰ ਤੇ ਤਾਂ ਹੀ ਖਤਮ ਹੋਣਗੇ ਨਾ ਜੇ ਨਿਡਰ ਨੂੰ ਜਪਾਂਗੇ, ਨਿਰਭਉ ਨੂੰ ਜਪਾਂਗੇ, ਨਿਰਵੈਰ ਨੂੰ ਜਪਾਂਗੇ। ਤੇ ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਨੇ, ਮਾਲਕ ਜਿਹੜੇ ਤੈਨੂੰ ਸਿਮਰਦੇ ਨੇ, ਉਹਨਾਂ ਦੇ ਸਾਰੇ ਹੀ ਡਰ ਜਿਹੜੇ ਨੇ ਨਾਸ ਹੋ ਜਾਂਦੇ ਹਨ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਗੁਰੂ ਦੀ ਕਿਰਪਾ ਦੇ ਦੁਆਰਾ ਮਾਲਕ ਪ੍ਰਭੂ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ। ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਗੁਰੂ ਦੀ ਆਗਿਆ, ਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ ਪੈਣਾ ਹੈ। ਜੇ ਪੁੱਤਰ ਨੇ ਪਿਤਾ ਦੀ ਖੁਸ਼ੀ ਲੈਣੀ ਹੋਵੇ ਤੇ ਪਿਆਰਿਓ, ਫਿਰ ਪਿਤਾ ਦਾ ਬਚਨ ਉਹਨੂੰ ਮੰਨਣਾ ਪੈਣਾ ਹੈ। ਇਸੇ ਤਰ੍ਹਾਂ ਸਿੱਖ ਨੇ ਜੇ ਗੁਰੂ ਦੀ ਖੁਸ਼ੀ ਲੈਣੀ ਆ, ਖੁਸ਼ੀ ਦਾ ਪਾਤਰ ਬਣਨਾ ਹੈ, ਤੇ ਗੁਰੂ ਦੀ ਰਜ਼ਾ ਨੂੰ, ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਣਾ ਪੈਣਾ। ਐਸਾ ਨਾ ਹੋਵੇ ਕਿ ਕਿਤੇ ਪਿਆਰਿਓ ਉਹਨਾਂ ਪੰਛੀਆਂ ਵਾਲਾ ਸਾਡਾ ਹਾਲ ਹੋ ਜਾਏ। ਕਿਸੇ ਨੇ ਰਾਜ ਤੋਤੇ ਪੰਛੀ ਪਾਲ ਲਏ ਜੀ, ਉਹਨਾਂ ਨੂੰ ਬੋਲੀ ਸਿਖਾਈ ਗਈ, ਉਹ ਰਾਜ ਤੋਤੇ ਬੋਲੀ ਸਿੱਖ ਲੈਂਦੇ ਨੇ ਜੀ। ਬੋਲੀ ਸਿਖਾਈ ਗਈ ਕਿ ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਵਿਛਾਏਗਾ, ਪਰ ਅਸਾਂ ਨਹੀਂ ਫਸਣਾ। ਉਹਨਾਂ ਕੁਝ ਹੀ ਦਿਨਾਂ ਵਿੱਚ ਬੋਲੀ ਸਿੱਖ ਲਈ ਜੀ। ਤੁਸੀਂ ਘਰਾਂ ਵਿੱਚ ਦੇਖੇ ਹੋਣੇ ਆ, ਕੋਈ ਸਤਿ ਸ੍ਰੀ ਅਕਾਲ ਬੁਲਾਉਂਦਾ, ਕੋਈ ਨਾਂ ਲੈ ਕੇ ਬੁਲਾਉਂਦਾ, ਕੋਈ ਜੀਵ ਆਇਆਂ ਨੂੰ ਆਖਦਾ। ਕੁਝ ਦਿਨਾਂ ਦੇ ਬਾਅਦ ਮਾਲਕ ਨੇ ਉਹਨਾਂ ਨੂੰ ਪਿੰਜਰੇ ਦੇ ਵਿੱਚੋਂ ਬਾਹਰ ਕੀਤਾ ਵੀ ਇਹਨਾਂ ਨੇ ਸਿੱਖ ਲਿਆ ਜੋ ਮੈਂ ਇਹਨਾਂ ਨੂੰ ਪੜ੍ਹਾਇਆ। ਪਰ ਉੱਥੇ ਜਾ ਕਰਕੇ ਚੁਗਣ ਲੱਗ ਪਏ ਜਿੱਥੇ ਸ਼ਿਕਾਰੀ ਨੇ ਚੋਗਾ ਪਾਇਆ ਹੋਇਆ ਸੀ। ਨਾਲੇ ਚੋਗਾ ਚੁਗ ਰਹੇ ਸੀ, ਨਾਲੇ ਬੋਲਦੇ ਪਏ ਸਨ, ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਵਿਛਾਏਗਾ, ਪਰ ਅਸਾਂ ਨਹੀਂ ਫਸਣਾ। ਇਹਨੇ ਨੂੰ ਸ਼ਿਕਾਰੀ ਨੇ ਜਾਲ ਖਿੱਚਿਆ ਜੀ, ਸਾਰੇ ਵਿੱਚ ਫਸ ਗਏ। ਉਹਨੇ ਜਾਲ ਇਕੱਠਾ ਕੀਤਾ, ਆਪਣੇ ਮੋਢਿਆਂ ਤੇ ਚੁੱਕਿਆ, ਲੈ ਕੇ ਤੁਰ ਪਿਆ। ਜਾਲ ਦੇ ਵਿੱਚ ਫਸੇ ਹੋਏ ਜਾਂਦੇ ਬੋਲੀ ਜਾ ਰਹੇ ਨੇ, ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਵਿਛਾਏਗਾ, ਪਰ ਅਸਾਂ ਨਹੀਂ ਫਸਣਾ। ਫਸੇ ਹੋਏ ਵੀ ਉਸੇ ਤਰ੍ਹਾਂ ਬੋਲੀ ਜਾਂਦੇ ਨੇ। ਮਾਲਕ ਕਿਰਪਾ ਕਰੇ, ਰਹਿਮਤ ਕਰੇ। ਪਿਆਰਿਓ, ਅਸੀਂ ਗੁਰੂ ਕੇ ਬਚਨ, ਇਤਿਹਾਸ ਦੇ ਬਚਨ ਪੜ੍ਹਦੇ ਜ਼ਰੂਰ ਹੈ, ਪਰ ਕਈ ਵਾਰੀ ਉਹਨਾਂ ਥਾਵਾਂ ਤੇ ਜਾ ਕਰਕੇ ਵੀ ਫਸੇ ਹੋਏ ਵੀ ਉੱਥੇ ਵੀ ਉਹ ਕੁਝ ਬੋਲੀ ਜਾਂਦੇ ਆ। ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਆਖਦੇ ਬੋਲਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਣਾ, ਪਰ ਦੰਬੀਆਂ ਤੇ ਪਖੰਡੀਆਂ ਦੇ ਅੱਗੇ ਵੀ ਗੋਡੇ ਨੱਕ ਟੇਕੀ ਜਾਂਦੇ ਆ ਜੀ। ਉੱਥੇ ਵੀ ਮੱਥੇ ਟੇਕੀ ਜਾਂਦੇ ਆ ਤੇ ਬੋਲੀ ਇਹੋ ਕੁਝ ਜਾਂਦੇ ਆ। ਮਾਲਕ ਕਿਰਪਾ ਕਰੇ, ਕੇਵਲ ਬੋਲਣ ਤੱਕ ਸੀਮਤ ਨਹੀਂ, 10 ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਹੋ ਜਾਈਏ, ਤਾਂ ਇਹ ਗੁਰੂ ਕੀ ਆਗਿਆ ਦਾ ਪਾਲਣ ਕਰਕੇ ਉਹਨਾਂ ਦੀ ਖੁਸ਼ੀ ਦੇ ਪਾਤਰ ਬਣ ਸਕਦੇ ਆ। ਤਾਂ ਉਹਨਾਂ ਦੀ ਚਲਾਈ ਹੋਈ ਮਰਿਆਦਾ ਹੁਕਮ ਦੇ ਅਨੁਸਾਰ ਚੱਲ ਕਰਕੇ ਆਤਮਿਕ ਆਨੰਦ ਤੇ ਸੁਖ ਮਾਣ ਸਕਦੇ ਆ। ਗੁਰੂ ਦੀ ਕਿਰਪਾ ਦੇ ਦੁਆਰਾ ਹੀ ਉਹਦੇ ਗੁਣ ਗਾਏ ਜਾਂਦੇ ਹਨ। ਜੋ ਦਿਸੈ ਸੋ ਤੇਰਾ ਰੂਪ। ਤੇ ਜਦੋਂ ਗੁਰੂ ਕਿਰਪਾ ਦੁਆਰਾ ਫਿਰ ਮਾਲਕ ਦੇ ਗੁਣ ਗਾਉਂਦਾ ਨਾ ਜੇ ਜੀਵ, ਫਿਰ ਜੋ ਦੇਖਦਾ ਫਿਰ ਮਾਲਕ ਦਾ ਰੂਪ ਦਿਖਾਈ ਦਿੰਦਾ। ਫਿਰ ਸਮਝ ਆਉਂਦੀ ਹੈ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ ਜੀ। ਫਿਰ ਮਾਲਕ ਦੇ ਗੁਣ ਗਾਉਂਦਿਆਂ ਸਮਝ ਆਉਂਦੀ ਹੈ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਫਿਰ ਹਰ ਪਾਸੇ ਦ੍ਰਿਸ਼ਟੀ ਵਿੱਚ ਆਉਂਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਸਭ ਕਹਿਣ ਲੱਗੇ ਦ੍ਰਿਸ਼ਟੀ ਬਣਦੀ ਉਹਦੇ ਗੁਣ ਗਾਇਆ, ਉਹਦਾ ਸਿਮਰਨ ਕੀਤਿਆਂ, ਹਰ ਪਾਸੇ ਉਹਦੀ ਜੋਤ ਦਿਖਾਈ ਦਿੰਦੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਦਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਕਹਿੰਦੇ ਇਹ ਮਾਲਕ ਜੋ ਵੀ ਦਿਸ ਰਿਹਾ ਨਾ,
ਤੇਰਾ ਹੀ ਰੂਪ ਹੈ। ਗੁਣ ਨਿਧਾਨ ਗੋਵਿੰਦ ਅਨੂਪ। ਤੂੰ ਗੁਣਾਂ ਦਾ ਖਜ਼ਾਨਾ ਹੈ, ਸ੍ਰਿਸ਼ਟੀ ਦੀ ਰੱਖਿਆ ਕਰਨ ਵਾਲਾ ਹੈ, ਅਨੂਪ ਅਨੂਪ ਉਪਮਾ ਤੋਂ ਰਹਿਤ ਹੈ। ਸਿਮਰ 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 ਜਨ ਸੋਏ। ਇਸ ਲਈ ਪਾਤਸ਼ਾਹ ਕਹਿੰਦੇ ਜਿਹੜਾ ਸੇਵਕ ਜਿਹੜਾ ਮਾਲਕ ਦਾ ਪਿਆਰਾ ਸਿਮਰ 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 3 ਵਾਰੀ ਹੈ, ਮਨ ਬਾਣੀ ਕਰਕੇ ਜੀ, ਕਰਮਾਂ ਕਰਕੇ, ਸਰੀਰ ਕਰਕੇ। ਜਿਹੜਾ ਜੀਵ ਇਸ ਤਰ੍ਹਾਂ ਦੇ ਨਾਲ ਮਾਲਕ ਪ੍ਰਭੂ ਪਰਮਾਤਮਾ ਨੂੰ ਸਿਮਰਦਾ, ਜਿਹੜੀ ਦਾਤ ਗੁਰੂ ਕੋਲੋਂ ਰੋਜ਼ ਅਸੀਂ ਅਰਦਾਸ ਵਿੱਚ ਮੰਗਦੇ ਹਾਂ ਕਿ ਵਾਹਿਗੁਰੂ 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 ਚੇਤੇ ਆਵੇ, 3 ਵਾਰੀ ਵਾਹਿਗੁਰੂ ਸ਼ਬਦ ਹੈ ਨਾ ਜੀ ਬੋਲਦੇ। ਮਨ ਬਾਣੀ ਕਰਮਾਂ ਕਰਕੇ ਸਦਾ ਵਾਹਿਗੁਰੂ ਸਾਨੂੰ ਚੇਤੇ ਆਵੇ। ਤੇ ਜਿਹੜਾ ਮਾਲਕ ਦਾ ਪਿਆਰਾ ਇਸ ਤਰ੍ਹਾਂ ਪਰਮਾਤਮਾ ਦੇ ਗੁਣ ਗਾਉਂਦਾ ਹੈ, ਵਾਹਿਗੁਰੂ ਨੂੰ ਸਿਮਰਦਾ ਹੈ। ਨਾਨਕ ਕਰਮ ਪ੍ਰਾਪਤ ਹੋਏ। ਉਸ ਜੀਵ ਨੂੰ ਹਰ ਪਾਸੇ ਮਾਲਕ ਦਾ ਸਰੂਪ ਨਜ਼ਰ ਆਉਂਦਾ ਹੈ, ਆਪਣੇ ਹਿਰਦੇ ਘਰ ਵਿੱਚ ਵੀ ਮਾਲਕ ਦੀ ਜੋਤ ਸਮਝ ਆਉਂਦੀ ਹੈ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਦਾਤ, ਇਹ ਬਖਸ਼ਿਸ਼ ਮਾਲਕ ਦੀ ਮਿਹਰ ਦੇ ਨਾਲ ਪ੍ਰਾਪਤ ਹੁੰਦੀ ਹੈ। ਜਿਨ ਜਪਿਆ ਤਿਸ ਕਉ ਬਲਿਹਾਰ। ਤੇ ਸਭ ਕਹਿੰਦੇ ਜਿਸ ਵੀ ਜੀਵ ਨੇ, ਜਿਸ ਵੀ ਮਾਲਕ ਦੇ ਪਿਆਰੇ ਨੇ ਮਾਲਕ ਨੂੰ ਸਿਮਰਿਆ, ਮਾਲਕ ਨੂੰ ਜਪਿਆ, ਉਹ ਤੋਂ ਮੈਂ ਬਲਿਹਾਰ ਸਦਕੇ ਕੁਰਬਾਨ ਜਾਣਾ। ਹਉ ਕੁਰਬਾਨੇ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੇ ਜਾਉ। ਮਾਲਕ ਦੇ ਪਿਆਰਿਆਂ ਤੋਂ ਬਲਿਹਾਰ ਸਦਕੇ ਕੁਰਬਾਨ ਜਾਣਾ ਚਾਹੀਦਾ। ਜਿਹੜੇ ਵਾਕਿਆ ਹੀ ਨਾਮ ਵਿੱਚ ਰੰਗੀਆਂ ਰੂਹਾਂ ਨੇ ਨਾ, ਜਦੋਂ ਮਾਲਕ ਦੇ ਘਰ ਆਉਂਦੇ ਨੇ ਤੇ ਸਾਹਿਬ ਕਹਿੰਦੇ ਨੇ ਜੋ ਦੀਸੈ ਗੁਰ ਸਿਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਮਾਲਕ ਵੀ ਉਹਨਾਂ ਦੇ ਚਰਨਾਂ ਤੇ ਝੁਕ ਝੁਕ ਕੇ ਨਮਸਕਾਰ ਕਰਦੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਆਪ ਜੀ ਪੜ੍ਹਦੇ ਹੋ, ਸੁਣਦੇ ਹੋ। ਸਾਹਿਬ ਕਹਿੰਦੇ ਇਹੋ ਜਿਹਾਂ ਦਾ ਆਇਆ ਹੋਇਆ ਸੰਸਾਰ ਵਿੱਚ ਧਨ, ਜਿਹੜੇ ਆਪ ਜਪਦੇ ਨੇ ਹੋਰਨਾਂ ਨੂੰ ਜਪਾਉਂਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਇਹੋ ਜੇ ਜਨਾਂ, ਇਹੋ ਜੇ ਸੇਵਕਾਂ ਨੂੰ ਸਦਾ ਨਮਸਕਾਰ ਬਲਿਹਾਰ ਜਾਣਾ ਚਾਹੀਦਾ ਹੈ। ਜਿਸ ਕੈ ਸੰਗ ਤਰੈ ਸੰਸਾਰ। ਸਭ ਕਹਿੰਦੇ ਇਹੋ ਜੇ ਪਿਆਰਿਆਂ ਦੀ ਸੰਗਤ ਕਰਕੇ ਸੰਸਾਰ ਤਰ ਜਾਂਦਾ ਹੈ ਜੀ। ਜਿੱਦਣ ਪਿਆਰਿਓ ਭਾਈ ਮੰਝ ਦੀ ਸੇਵਾ ਸਾਹਿਬ ਦੇ ਘਰ ਦੇ ਵਿੱਚ ਪ੍ਰਵਾਨ ਹੋਈ ਸੀ ਨਾ ਜੀ, ਤੇ ਗੁਰੂ ਬਾਬੇ ਨੇ ਆਪ ਜਾ ਕਰਕੇ ਆਪਣੇ ਪਿਆਰੇ ਨੂੰ ਖੂਹ ਵਿੱਚੋਂ ਕੱਢਣ ਵਾਸਤੇ ਰੱਸਾ ਲਮਕਾਇਆ ਤੇ ਕਿਹਾ ਸੀ ਭਾਈ ਮੰਝ ਲੱਕੜਾਂ ਸੁੱਟ ਦੇ, ਰੱਸਾ ਫੜ ਤੇ ਬਾਹਰ ਆ ਜਾ। ਨਹੀਂ ਸਤਿਗੁਰੂ ਪਹਿਲਾਂ ਸੇਵਾ, ਫਿਰ ਮੈਨੂੰ ਕੱਢਿਓ। ਸੇਵਾ ਕੱਢ ਕੇ ਜਦੋਂ ਭਾਈ ਮੰਝ ਨੂੰ ਬਾਹਰ ਕੱਢਿਆ ਤੇ ਸਾਹਿਬ ਕਹਿੰਦੇ ਮੰਗ ਕੀ ਮੰਗਦੇ, ਤੇਰੀ ਸੇਵਾ ਤੇ ਅਸੀਂ ਪ੍ਰਸੰਨ। ਤੇ ਹੱਥ ਜੋੜ ਕੇ ਕਹਿੰਦੇ ਮਾਲਕਾ ਜੇ ਤੁਰਠਿਓ ਤੇ ਕਿਰਪਾ ਕਰਿਓ, ਇਹੋ ਜਿਹਾ ਜੀਵਾਂ ਤੇ ਅੱਗੇ ਪਰਚਾ ਨਾ ਪਾਇਓ। ਤੁਸੀਂ ਪਰਚਾ ਪਾਇਆ, ਮਾਲਕਾ ਆਪ ਹੀ ਇਮਤਿਹਾਨ ਦੇ ਵਿੱਚੋਂ ਪਾਸ ਕਰਾ ਲਿਆ, ਕਿਰਪਾ ਕਰਿਓ ਅੱਗੇ ਸਿੱਖਾਂ ਤੇ ਐਸਾ ਪਰਚਾ ਨਾ ਪਾਇਓ। ਕਿਉਂਕਿ ਪਰਚਾ ਸਾਰਾ ਪਰਿਵਾਰ ਵੀ ਗਿਰਵੀ ਰੱਖਿਆ ਗਿਆ ਜੀ। ਸਭ ਕੁਝ ਮਾਲ ਸਬਾਬ ਜਾਂਦਾ ਰਿਹਾ, ਚੌਧਰ ਪੁਣਾ ਜਾਂਦਾ ਰਿਹਾ, ਇਤੋਂ ਤੱਕ ਕਿ ਗੁਰੂ ਬਾਬੇ ਨੇ ਜੂਠੀਆਂ ਪਤਲਾਂ ਦੇ ਵਿੱਚੋਂ ਵੀ ਖਾਣਾ ਬੰਦ ਕਰਵਾ ਦਿੱਤਾ ਸੀ, ਪਰ ਫਿਰ ਵੀ ਸਿੱਖੀ ਨਹੀਂ ਤਿਆਗੀ। ਤੇ ਸਤਿਗੁਰੂ ਜੀ ਨੇ ਤੁਰਟ ਕੇ ਗੱਲ ਵਕੜੀ ਵਿੱਚ ਲੈ ਕੇ ਕਿਹਾ ਸੀ ਇਹ ਕੇਵਲ ਮੇਰਾ ਪਿਆਰਾ ਸਿੱਖ ਹੀ ਨਹੀਂ, ਕਹਿੰਦੇ ਗੁਰੂ ਘਰ ਦਾ ਇਹ ਬੇੜਾ ਹੈ, ਗੁਰੂ ਘਰ ਦਾ ਇਹ ਜਹਾਜ਼ ਹੈ। ਜਿਹੜਾ ਵੀ ਇਹਦੀ ਸੰਗਤ ਵਿੱਚ ਆਏਗਾ, ਇਹਦੇ ਦਾਇਰੇ ਵਿੱਚ ਆਏਗਾ, ਉਹ ਵੀ ਭਵਜਲ ਸੰਸਾਰ ਤੋਂ ਪਾਰ ਹੋ ਜਾਏਗਾ। ਇਹ ਪੂਰਾਂ ਦੇ ਪੂਰ ਭਵਜਲ ਸੰਸਾਰ ਤੋਂ ਪਾਰ ਕਰੇਗਾ ਜੀਵਾਂ ਦੇ। ਇਤਿਹਾਸ ਵਿੱਚ ਬਚਨ ਆਉਂਦੇ ਨੇ, ਮੰਝ ਪਿਆਰਾ ਗੁਰੂ ਨੂੰ, ਗੁਰਮੰਝ ਪਿਆਰਾ ਮੰਝ ਗੁਰੂ ਕਾ ਬੋਹਿ ਥਾ, ਜਗ ਲੰਘਣਾਰਾ। ਐਸੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਹੜੇ ਨਾਮ ਜਪਣ ਵਾਲੇ ਨੇ, ਸੇਵਾ ਭਗਤੀ ਕਰਨ ਵਾਲੇ ਨੇ, ਉਹਨਾਂ ਦੀ ਸੰਗਤ ਵਿੱਚ ਸੰਸਾਰ ਵੀ ਤਰ ਜਾਂਦਾ ਹੈ। ਕਹੋ ਨਾਨਕ ਪ੍ਰਭ ਲੋਚਾ ਪੂਰਾ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਹੈ ਮਾਲਕ ਹੈ ਕਰਤਾਰ, ਮੇਰੀ ਵੀ ਇੱਕ ਲੋਚਾ ਹੈ, ਮੇਰੀ ਵੀ ਇੱਕ ਤਾਂਗ ਹੈ, ਉਹ ਪੂਰੀ ਕਰ ਦਿਓ। ਸਾਨੂੰ ਮੰਗਣ ਦੀ ਜਾਚ ਸਿਖਾਉਂਦੇ ਨੇ ਪਾਤਸ਼ਾਹ।
ਕਹਿੰਦੇ ਨੇ ਮਾਲਕਾ ਮੇਰੇ ਵਿੱਚ ਇੱਕ ਲੋਚ, ਇੱਕ ਤਾਂਗ ਹੈ, ਮੇਰੀ ਵੀ ਲੋਚ ਪੂਰੀ ਕਰੋ। ਤੇ ਕਰਤਾਰ ਕਹਿੰਦੇ ਨੇ ਦੱਸ ਤੇਰੀ ਕੀ ਲੋਚ ਹੈ? ਤੇ ਗਰੀਬ ਨਵਾਜ਼ ਸਤਿਗੁਰੂ ਜੀ ਕਹਿਣ ਲੱਗੇ, ਸੰਤ ਜਨਾ ਕੀ ਬਾਛਾਓ ਧੂਰ। ਕਹਿੰਦੇ ਮਾਲਕਾ ਮੈਂ ਹੋਰ ਕੁਝ ਨਹੀਂ ਮੰਗਦਾ, ਬਸ ਕਿਰਪਾ ਕਰੋ, ਰਹਿਮਤ ਕਰੋ ਤੇਰੇ ਸੰਤ ਜਨਾਂ ਦੀ, ਤੇਰੇ ਪਿਆਰਿਆਂ ਦੀ ਮੈਨੂੰ ਚਰਨ ਧੂੜ ਮਿਲ ਜਾਏ। ਤੇਰੇ ਪਿਆਰਿਆਂ ਤੋਂ ਮੈਂ ਬਲਹਾਰ ਸਦਕੇ ਜਾਵਾਂ। ਸਾ ਮਤ ਦੇਹੋ ਦਇਆਲ ਪ੍ਰਭ, ਜਿਤ ਤੁਮਹੇ ਅਰਾਧਾਂ, ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾਂ। ਹਰ ਰੋਜ਼ ਆਪ ਜੀ ਪੜ੍ਹਦੇ ਹੋ ਨਾ ਗੁਰੂ ਕੇ ਬਚਨ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਮੈਨੂੰ ਆਪਣੇ ਪਿਆਰਿਆਂ ਦੀ ਚਰਨ ਧੂੜ ਬਖਸ਼ਣਾ ਕਰੋ। ਐਸੀ ਲੋਚ ਸਾਡੇ ਮਨਾਂ ਅੰਦਰ ਵੀ ਬਣ ਜਾਏ, ਐਸੀ ਤਾਂਗ ਸਾਡੇ ਅੰਦਰ ਵੀ ਬਣ ਜਾਏ। ਆਓ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ। ਸਿਮ੍ਰਿਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਇਹ ਪਾਵਨ ਪੌੜੀ 27 ਨੰਬਰ ਅੰਮ੍ਰਿਤਮਈ ਪਾਵਨ ਬਾਣੀ ਆਨੰਦ ਸਾਹਿਬ ਜੀ ਦੀ ਪਾਵਨ ਪੌੜੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ 27 ਨੰਬਰ ਪੌੜੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 920 ਤੇ ਸੁਭਾਏਮਾਨ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਭਲਿਆਂ ਦੇ ਕੁਲ ਦੇ ਦੀਪਕ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸਤਿਗੁਰੂ ਜੀ ਬਚਨ ਸਾਡੀ ਝੋਲੀ ਪਾ ਰਹੇ ਨੇ ਕਿ ਇਹ ਭਾਈ ਸਿਮਰਤੀਆਂ ਤੇ ਸ਼ਾਸਤਰਾਂ ਨੂੰ ਪੜਨ ਵਾਲੇ ਜੀਵ, ਸੋ ਕਰਮ ਕਾਂਡਾਂ ਦੇ ਅਨੁਸਾਰ ਪਾਪ ਤੇ ਪੁੰਨ ਦੀ ਵਿਚਾਰ ਕਰਦੇ ਰਹਿੰਦੇ ਨੇ ਕਿ ਆਹ ਕਰਮ ਪਾਪ ਹੈ, ਆਹ ਕਰਮ ਪੁੰਨ ਹੈ। ਪਰ ਪਾਤਸ਼ਾਹ ਕਹਿੰਦੇ ਜਿਹੜੀ ਤਤ ਸਾਰ ਹੈ ਨਾ, ਉਹਨੂੰ ਇਸ ਤਰ੍ਹਾਂ ਜਾਣ ਨਹੀਂ ਸਕਦੇ, ਇਸ ਤਰ੍ਹਾਂ ਨਹੀਂ ਜਾਣਦੇ। ਕਿਉਂਕਿ ਤਤ ਕੀ ਹੈ, ਸਾਰ ਕੀ ਹੈ। ਹੁਣ ਜਿਸ ਕਰਮ ਨੂੰ ਅਸੀਂ ਪਾਪ ਸਮਝ ਰਹੇ ਹਾਂ, ਦੂਜਿਆਂ ਵਾਸਤੇ ਉਹ ਪੁੰਨ ਹੈ ਜੀ। ਜਿਹੜਾ ਦੂਜਿਆਂ ਵਾਸਤੇ ਪੁੰਨ ਹੈ, ਸਾਡੇ ਵਾਸਤੇ ਉਹ ਪਾਪ ਹੈ। ਗੁਰੂ ਬਾਬੇ ਨੇ ਕਿਹਾ ਨਹੀਂ, ਕਿਤੇ ਇਹਨਾਂ ਦੀ ਵਿਚਾਰ ਵਿੱਚ ਹੀ ਨਾ ਜੁੜ ਕੇ ਰਹਿ ਜਾਏ ਵੀ ਆਹ ਕਰਮ ਕਰਨਾ, ਆਹ ਨਹੀਂ ਕਰਨਾ, ਆਹ ਕਰਮ ਇਸ ਤਰ੍ਹਾਂ ਕਰਨਾ, ਆਹ ਕਰਮ ਇਸ ਤਰ੍ਹਾਂ ਕਰਨਾ। ਕਹਿੰਦੇ ਬਿਧ ਨਖਿਧ ਮਾਲਕ ਪ੍ਰਭੂ ਪਰਮਾਤਮਾ ਦੇ ਇਹ ਜਿਹੜੇ ਸ੍ਰਿਸ਼ਟੀ ਦੇ ਅੰਦਰ ਜੀਵ ਵਿਚਾਰਾਂ ਕਰਦੇ ਨੇ ਨਾ, ਇਹਨਾਂ ਤੋਂ ਉੱਪਰ ਉੱਠ ਕਰਕੇ ਤਤਸਾਰ ਪਰਮਾਤਮਾ ਦੇ ਨਾਮ ਨਾਲ ਜੁੜੀ ਜੇ ਆਤਮਕ ਆਨੰਦ ਮਾਨਣਾ ਹੈ। ਤਤੈ ਸਾਰ ਨਾ ਜਾਣੀ ਗੁਰੂ ਬਾਜੂ, ਤਤੈ ਸਾਰ ਨਾ ਜਾਣੀ। ਸਾਹਿਬ ਕਹਿੰਦੇ ਤਤ ਸਾਰ ਦੀ ਜਿਹੜੀ ਗਾਥਾ ਹੈ ਨਾ, ਇਹ ਗੁਰੂ ਤੋਂ ਬਿਨਾਂ ਨਹੀਂ ਜਾਣੀ ਜਾ ਸਕਦੀ। ਤੇ ਜਿਨ੍ਹਾਂ ਨੇ ਗੁਰੂ ਦੇ ਨਾਲ ਜੁੜ ਕਰਕੇ ਸਾਰ ਜਾਣੀ, ਉਹਨਾਂ ਨੂੰ ਸਮਝ ਆਈ ਆ ਕਿ ਵੇਦ ਕਤੇਬ ਕਹੋ ਮਤ ਝੂਠੇ ਝੂਠਾ, ਜੋ ਨਾ ਵਿਚਾਰੈ। ਉਹਨਾਂ ਨੂੰ ਸਮਝ ਆਈ ਹੈ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਉਹਨਾਂ ਨੇ ਤਤਸਾਰ ਪ੍ਰਮਾਤਮਾ ਦਾ ਨਾਮ ਜਾਣ ਲੈਣਾ ਕੀਤਾ। ਤਿਹ ਗੁਣੀ ਸੰਸਾਰ ਭ੍ਰਮ ਸੁਤਾ, ਸੁਤਿਆ ਰਹਿਣ ਵਿਹਾਣੀ। ਨਹੀਂ ਤੇ ਕੇਵਲ ਇਸ ਪੜਨ ਤੱਕ ਸੀਮਤ ਰਹਿ ਗਏ ਜਾਂ ਵਿਚਾਰ ਤੱਕ ਸੀਮਤ ਰਹਿ ਗਏ ਤੇ ਸਾਹਿਬ ਕਹਿਣ ਲੱਗੇ ਇਹੋ ਜਿਹਾ ਸੰਸਾਰ ਮਾਇਆ ਦੇ 3 ਗੁਣਾ ਰਜੋ ਤਮੋ ਤੇ ਸਤੋ ਦੇ ਪ੍ਰਭਾਵ ਹੇਠ ਹੀ ਸੁੱਤਾ ਪਿਆ, ਇਸੇ ਭਰਮ ਦੇ ਵਿੱਚ ਸੁੱਤਾ ਹੋਇਆ। ਤੇ ਸੁੱਤਿਆਂ ਸੁੱਤਿਆਂ ਹੀ ਇਹ ਜ਼ਿੰਦਗੀ ਰੂਪੀ ਰਾਤ ਜਿਹੜੀ ਆ ਬਤੀਤ ਹੋ ਜਾਂਦੀ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾ ਹਰ ਮਨ ਵਸਿਆ, ਬੋਲ ਹੈ ਅੰਮ੍ਰਿਤ ਬਾਣੀ। ਗੁਰੂ ਦੀ ਕਿਰਪਾ ਦੇ ਦੁਆਰਾ ਜਿਹੜੇ ਮਾਲਕ ਦੇ ਪਿਆਰੇ ਇਸ ਮਾਇਆ ਦੀ ਨੀਂਦ ਤੋਂ ਜਾਗੇ, ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠੇ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਹੈ ਭਾਈ, ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਦੇ ਮਨ ਵਿੱਚ ਹਰੀ ਪ੍ਰਮਾਤਮਾ ਦਾ ਨਾਮ ਵਸਿਆ, ਉਹ ਫਿਰ ਅੰਮ੍ਰਿਤ ਬਾਣੀ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਬੋਲਦੇ ਨੇ। ਉਹ ਫਿਰ ਕੇਵਲ ਤੇ ਕੇਵਲ ਵਾਹਿਗੁਰੂ 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 ਹੀ ਜਪਦੇ ਹਨ। ਕਹੈ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗਾ, ਜਾਗਤ ਰਹਿਣ ਵਿਹਾਣੀ। ਧੰਨ ਗੁਰੂ ਅਰਜਨ ਸਾਹਿਬ ਵਾਹਿਗੁਰੂ, ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ हे ਭਾਈ, ਇਸ ਤਤ ਨੂੰ ਉਹੀ ਜੀਵ ਪ੍ਰਾਪਤ ਕਰਦਾ ਹੈ ਜਿਸ ਨੂੰ ਅਨ ਦਿਨ ਹਰ ਲਿਵ ਲਾਗੇ, ਜਿਹਦੀ ਦਿਨ ਤੇ ਰਾਤ ਇੱਕ ਰਸ
ਪਰਮਾਤਮਾ ਦੇ ਨਾਮ ਦੇ ਨਾਲ ਸੁਰਤ ਦਾ ਟਿਕਾ ਬਣ ਜਾਂਦਾ ਹੈ। ਜਾਗਤ ਰਹਿਣ ਵਿਹਾਣੀ, ਉਹਦੀ ਫਿਰ ਜਿਹੜੀ ਇਹ ਜ਼ਿੰਦਗੀ ਰੂਪੀ ਰਾਤ ਹੈ ਨਾ, ਸੁਚੇਤ ਹੋ ਕੇ ਜਾਗਦਿਆਂ ਹੋਇਆਂ ਬਤੀਤ ਹੁੰਦੀ ਹੈ। ਉਹ ਕਦੀ ਮਾਇਆ ਦੇ ਵਿੱਚ ਭਰਮਦਾ ਨਹੀਂ। ਉਹ ਮਾਲਕ ਦੇ ਪਿਆਰੇ ਫਿਰ ਨਾ ਹੋਏ ਮਰਹੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਏ। ਮਾਲਕ ਕਿਰਪਾ ਕਰੇ, ਰਹਿਮਤ ਕਰੇ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਇਹ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਤੇ ਵਸੇ। ਸਤਿਗੁਰੂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਦੀ, ਜਿਨੇ ਆਪ ਜੀ ਗੁਰੂ ਦੀ ਗੋਦ ਵਿੱਚ ਬੈਠੇ ਹੋ, ਜਿਨੇ ਮੀਡੀਆ ਦੇ ਰਾਹੀਂ ਘਰਾਂ ਵਿੱਚ ਬੈਠ ਕੇ ਦੇਸ਼ ਵਿਦੇਸ਼ ਵਿੱਚ ਬੈਠ ਕਰਕੇ ਵਿਚਾਰ ਸਰਵਣ ਕੀਤੀ ਹੈ, ਮਾਲਕ ਸਾਰਿਆਂ ਦਾ ਸੁਣਿਆ ਹੋਇਆ, ਦਾਸ ਦਾ ਸੁਣਾਇਆ ਹੋਇਆ ਸਫਲ ਕਰੇ। ਸਤਿਗੁਰੂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਗੁਰੂ ਦਰ ਤੇ ਦਰ ਤੋਂ ਸਦਾ ਦਾਤ ਮੰਗਦੇ ਰਹੀਏ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਸਮੁੱਚੀ ਪ੍ਰਬੰਧਕ ਕਮੇਟੀ ਦਾ, ਪ੍ਰਧਾਨ ਸਾਹਿਬ ਜੀ ਹੋਣਾ ਦਾ, ਸਤਿਕਾਰਯੋਗ ਸਿੰਘ ਸਾਹਿਬਾਨ, ਹੈਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਹੈ। ਆਓ ਅਖੀਰਲੀਆਂ ਪਾਵਨ ਪੰਕਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ ਜੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾ ਹਰ ਮਨ ਵਸਿਆ। ਬੋਲੇ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਈ। ਜਿਸਨੋ ਅਨ ਦਿਨ ਹਰ ਲਿਵ ਲਾਗਾ, ਜਾਗਤ ਰਹਿਣ ਵਿਹਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।